ਧੰਨ ਵਾਹਿਗੁਰੂ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਧੰਨ ਵਾਹਿਗੁਰੂ ਜੀ। ਸ੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਕਨਕ ਕਟਿਕ ਜਾਲ ਤਰੰਗ ਜੈਸਾ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਕਨਕ ਕਟਿਕ ਜਾਲ ਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਸਰੀਰ ਆਰਾਧੈ ਮੋਕੋ ਵਿਚਾਰ ਦੇਹੂ। ਰਵਿਦਾਸ ਸਮਦਾਲ ਸਮਝਾਵੈ ਕੋ। ਸਰੀਰ ਆਰਾਧੈ ਮੋਕੋ ਵਿਚਾਰ ਦੇਹੂ। ਰਵਿਦਾਸ ਸਮਦਾਲ ਸਮਝਾਵੈ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਨੇ। ਪਹਿਲੇ ਦੀਵਾਨਾਂ ਵਿੱਚ ਜਿੱਥੇ ਆਪਾਂ ਗੁਰੂ ਮਿਹਰ ਦੇ ਪਾਤਰ ਬਣ ਕੇ ਨੌਵੇਂ ਗੁਰੂਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਮਗਰ ਸਮੁੱਚੀ ਬਾਣੀ ਨੂੰ ਆਪਸ ਵਿੱਚ ਸਾਂਝਿਆਂ ਕਰਨ ਦਾ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਸਮਝਣ ਦਾ ਉਪਰਾਲਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ
ਭਗਤ ਰਵਿਦਾਸ ਸਾਹਿਬ ਜੀ ਦੇ ਕੁੱਲ 40 ਸ਼ਬਦ ਜਿਹੜੇ ਕਿ ਵੱਖਰੇ ਵੱਖਰੇ 16 ਰਾਗਾਂ ਵਿੱਚ ਦਰਜ ਹਨ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਆਪਾਂ ਯਤਨ ਕਰਾਂਗੇ ਭਗਤ ਜੀ ਦੀ 40 ਸ਼ਬਦਾਂ ਦੀ ਸਮੁੱਚੀ ਬਾਣੀ ਨੂੰ ਆਪਾਂ ਲੜੀਵਾਰ ਰੋਜ਼ਾਨਾ ਦੀਵਾਨਾਂ ਦੇ ਵਿੱਚ ਵਿਚਾਰੀਏ ਅਤੇ ਇਸ ਦੇ ਨਾਲ ਨਾਲ ਉਸ ਮਹਾਨ ਮਹਾਂਪੁਰਖ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਉਹਨਾਂ ਨੇ ਮਹਾਨ ਘਾਲਣਾ ਘਾਲੀ ਹੈ ਪਰ ਉਪਕਾਰ ਕੀਤੇ ਹਨ, ਉਹਨਾਂ ਨੂੰ ਵੀ ਆਪਾਂ ਨਾਲ ਨਾਲ ਯਾਦ ਕਰਨ ਦਾ ਯਤਨ ਕਰਾਂਗੇ। ਗੁਰਬਾਣੀ ਸਾਡੇ ਲਈ ਸਭ ਤੋਂ ਪ੍ਰਮੁੱਖ ਹੈ, ਕਿਉਂਕਿ ਮਹਾਨ ਸਤਿਪੁਰਖਾਂ ਨੇ ਜੋ ਅਨੁਭਵ ਜੋ ਗਿਆਨ ਆਪਣੇ ਜੀਵਨ ਵਿੱਚ ਕਮਾਇਆ ਹੈ, ਉਹਨਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ ਸਾਡੇ ਨਾਲ ਸਾਂਝਾ ਕੀਤਾ ਹੈ। ਗੁਰਬਾਣੀ ਮਹਾਨ ਸਤਿਪੁਰਖਾਂ ਦੀ ਆਤਮਾ ਦੀ ਆਵਾਜ਼ ਹੈ। ਉਹਨਾਂ ਦੀ ਸੁਰਤ ਦਾ ਜੋ ਉੱਚਾ ਪੱਧਰ ਹੈ, ਉਹਨਾਂ ਨੇ ਆਪਣੀ ਸੁਰਤ ਦੇ ਨਿਚੋੜ ਨੂੰ, ਆਪਣੇ ਅਨੁਭਵ ਦੇ ਨਿਚੋੜ ਨੂੰ ਸ਼ਬਦਾਂ ਦੇ ਰਾਹੀਂ ਸਾਡੇ ਤੱਕ ਪਹੁੰਚਾਇਆ। ਇਹ ਇੱਕ ਸੇਧ ਹੈ ਉਸ ਪਾਸੇ ਦੀ ਜਿਹੜੇ ਜੀਵਨ ਨੂੰ ਉਹਨਾਂ ਨੇ ਜੀਵਿਆ ਹੈ ਅਤੇ ਜਿਸ ਜੀਵਨ ਦੀ ਉਹਨਾਂ ਨੇ ਦੱਸ ਸਾਨੂੰ ਆਪਣੀ ਬਾਣੀ ਦੇ ਰਾਹੀਂ ਪਾਈ ਹੈ। ਭਗਤ ਜੀ ਕਾਂਸ਼ੀ ਦੇ ਨੇੜੇ ਬਿਲਕੁਲ ਨਜ਼ਦੀਕ, ਜਿਹਨੂੰ ਬਨਾਰਸ ਵੀ ਕਿਹਾ ਜਾਂਦਾ ਹੈ, ਕਿਉਂਕਿ ਭਗਤ ਜੀ ਦੇ ਆਪਣੇ ਸ਼ਬਦ ਵਿੱਚ ਹੈ ਅਜੋਂ ਬਨਾਰਸੀ ਆਸ ਪਾਸਾ। ਇੱਕ ਉਦਾਹਰਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹ ਬਨਾਰਸ ਕਾਂਸ਼ੀ ਦੇ ਬੜੇ ਨੇੜੇ ਰਹਿਣ ਵਾਲੇ ਸਨ। ਅੱਜ ਕੱਲ੍ਹ ਉੱਥੇ ਇੱਕ ਨਗਰ ਪਿੰਡ ਜਿਹੜਾ ਹੈ ਮੰਡੂਆਡੀ ਨਾਮ ਦਾ ਵਸਿਆ ਹੋਇਆ ਹੈ। ਪਿਤਾ ਪੁਰਖੀ ਜਿਹੜਾ ਕੰਮ ਸੀ, ਜੋ ਪੀੜ੍ਹੀ ਦਰ ਪੀੜ੍ਹੀ ਇਹ ਪਰਿਵਾਰ ਕਰਦਾ ਆ ਰਿਹਾ ਸੀ, ਉਹ ਸੀ ਚਮੜੇ ਦੀ ਕਿਰਤ ਕਰਨੀ। ਮਰੇ ਹੋਏ ਪਸ਼ੂਆਂ ਨੂੰ ਢੋਣਾ, ਉਹ ਚਮੜੇ ਨੂੰ ਬੜੀ ਲੰਮੀ ਮਸ਼ੱਕਤ ਅਤੇ ਮਿਹਨਤ ਦੇ ਨਾਲ ਸਵਾਰਨਾ, ਅਤੇ ਫਿਰ ਕਿੰਨੀ ਘਾਲਣਾ ਦੇ ਨਾਲ ਉਹਦੇ ਜੋੜੇ ਇਤਿਆਦਿਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਉਣੀਆਂ, ਅਤੇ ਉਹਦੇ ਤੋਂ ਆਪਣੇ ਪਰਿਵਾਰ ਦਾ ਗੁਜ਼ਰਾਨ ਕਰਨਾ, ਗੁਜ਼ਾਰਾ ਕਰਨਾ। ਇਹ ਰੁਜ਼ਗਾਰ ਸੀ, ਇਹ ਕਿਰਤਕਾਰ ਸੀ। ਭਾਰਤ ਦੇ ਵਿੱਚ ਵਰਨ ਆਸ਼ਰਮ ਮੱਤ ਦੇ ਮੁਤਾਬਕ ਜਾਤ ਪਾਤ ਦਾ ਪ੍ਰਬੰਧ ਬੜਾ ਪੀੜਾ ਹੈ। ਇਸ ਨੂੰ ਆਪਾਂ ਉਹਨਾਂ ਦੇ ਸ਼ਬਦਾਂ ਦੀ ਨਜ਼ਰ ਦੇ ਨਾਲ ਹੀ ਅਗਲੇਰੇ ਸ਼ਬਦਾਂ ਵਿੱਚ ਵਿਚਾਰਨ ਦਾ ਨਾਲੋਂ ਨਾਲ ਹੀ ਯਤਨ ਕਰਾਂਗੇ, ਤਾਂ ਕਿ ਸਾਡਾ ਪ੍ਰਕਰਣ ਵੀ ਬਣਿਆ ਰਹੇ। ਜਿਸ ਸ਼ਬਦ ਵਿੱਚ ਉਹਨਾਂ ਨੇ ਜਿਸ ਚੀਜ਼ ਦਾ ਜ਼ਿਕਰ ਕੀਤਾ ਹੈ, ਆਪਾਂ ਉਸੇ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਾਨੂੰ ਸੌਖਿਆਂ ਸਮਝ ਵਿੱਚ ਪਏਗੀ ਕਿ ਭਗਤ ਜੀ ਨੇ ਸਮੇਂ ਦੇ ਇਸ ਕੂੜ ਨਾਲ, ਇਸ ਹਨੇਰੇ ਨਾਲ ਕਿੰਨੀ ਗੁੱਝੀ ਅਤੇ ਕਿੰਨੀ ਅਥਾਹ ਟੱਕਰ ਲਈ ਹੈ, ਔਰ ਅਡੋਲ ਰਹਿ ਕੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਸੁਰ ਹੋ ਕੇ ਐਸੇ ਮਹਾਨ ਇਨਕਲਾਬੀ ਮਹਾਂਪੁਰਖ ਨੇ ਜੋ ਪੈੜਾਂ ਪਾਈਆਂ ਨੇ, ਉਹ ਅੱਜ ਵੀ ਸਾਡੇ ਲਈ ਮਾਰਗ ਦਰਸ਼ਕ ਨੇ। ਔਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਰਵਿਦਾਸ ਸਾਹਿਬ ਜੀ ਦੀ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ ਕਿ ਆਪਣੇ ਸਫ਼ਰਾਂ ਦੌਰਾਨ ਉਹਨਾਂ ਨੇ ਇਸ ਬਾਣੀ ਨੂੰ ਆਪਣੀ ਪੋਥੀ ਦੇ ਵਿੱਚ ਆਪਣੀ ਬਾਣੀ ਦੇ ਨਾਲ ਉਤਾਰਾ ਕਰਕੇ ਦਰਜ ਕੀਤਾ। ਅਤੇ ਇਸ ਬਾਣੀ ਦਾ ਜੋ ਸਟੇਟਸ, ਇਸ ਬਾਣੀ ਦਾ ਜੋ ਰੁਤਬਾ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਔਰ ਉਹਨਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਬਣਾਇਆ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਇਹੋ ਜਿਹਾ ਮਹਾਨ ਕਾਰਜ ਕੋਈ ਹੋਰ ਭਾਰਤ ਵਰਸ਼ ਦੇ ਵਿੱਚ ਨਹੀਂ ਕਰ ਸਕਿਆ। ਇਹ ਗੁਰੂ ਸਾਹਿਬਾਨ ਦੀ ਬੜੀ ਅਦੁੱਤੀ ਦੇਣ ਹੈ। ਜੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਇਸ ਬਾਣੀ ਨੂੰ ਲਿਖ ਕੇ ਨਾ ਲਿਆਉਂਦੇ, ਦੂਸਰੇ ਗੁਰੂ ਸਾਹਿਬਾਨ ਸੰਭਾਲਦੇ ਨਾ, ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਇਹ ਰੁਤਬਾ ਨਾ ਮਿੱਥਦੇ, ਤਾਂ ਹੋ ਸਕਦਾ ਸੀ ਅੱਜ ਮੂਲ ਰੂਪ ਵਿੱਚ ਉਹਨਾਂ ਦੀ ਇਹ ਬਾਣੀ ਵੀ ਸਾਨੂੰ ਪੜ੍ਹਨ ਵਾਸਤੇ ਇਸ ਰੂਪ ਵਿੱਚ ਨਾ ਮਿਲਦੀ। ਬੜੇ ਕਵੀਆਂ ਨੇ ਬੜਾ ਕੁਝ ਰਚਿਆ ਅਤੇ ਉਹਨਾਂ ਨੇ ਰਚ ਕੇ ਭਗਤਾਂ ਦੇ ਨਾਮ ਦੇ ਉੱਤੇ ਪ੍ਰਚਲਿਤ ਕੀਤਾ। ਲਿਖਤਾਂ ਉਹਨਾਂ ਦੀਆਂ ਸਨ ਅਤੇ ਨਾਂ ਉਹਨਾਂ ਨੇ ਵੱਡੇ ਲੋਕਾਂ ਦੇ ਵਰਤੇ। ਉਹਨਾਂ ਦੇ ਨਾਮ ਦੇ ਉੱਤੇ ਬੜਾ ਕੁਝ ਉਹਨਾਂ ਨੇ ਅੰਕਿਤ ਕਰਕੇ, ਲਿਖ ਕੇ, ਬਣਾ ਕੇ ਸੰਸਾਰ ਸਾਹਮਣੇ ਰੱਖਿਆ। ਅੱਜ ਉਸ ਖੋਜ ਵਿੱਚੋਂ ਜੇ ਕੋਈ ਭਾਲ ਕਰਨਾ ਚਾਹੇ ਤਾਂ ਨਤਾਰਾ ਕਰਨਾ ਬੜਾ ਔਖਾ ਹੈ ਕਿ ਭਗਤ ਸਾਹਿਬਾਨ ਨੇ ਆਪ ਕੀ ਉਚਾਰਿਆ, ਕਿਸੇ ਮਹਾਂਪੁਰਖ ਦਾ ਆਪਣਾ ਕਥਨ ਕਿਹੜਾ ਹੈ ਅਤੇ ਦੂਜੇ ਨੇ ਉਹਨਾਂ ਦੇ ਨਾਮ 'ਤੇ ਕੀ ਲਿਖਿਆ। ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਮੂਲ ਰੂਪ ਵਿੱਚ ਬਾਣੀ ਜਿਹੜੀ ਹੈ
ਉਹ ਆਪ ਸੰਭਾਲ ਕੇ ਸਦੀਵ ਕਾਲ ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ, ਉਹਨਾਂ ਦੇ ਅਨੁਭਵ ਨੂੰ ਸੇਫ ਕਰ ਦਿੱਤਾ ਹੈ, ਸਿਕਿਉਰ ਕਰ ਦਿੱਤਾ ਹੈ ਔਰ ਉਹਨੂੰ ਮੁਕੰਮਲ ਰੂਪ ਵਿੱਚ ਸਾਂਭ ਕੇ ਇਹ ਸੰਸਾਰ ਦੇ ਸਨਮੁਖ ਇਹ ਖਜ਼ਾਨਾ ਰੱਖ ਦਿੱਤਾ ਹੈ। ਮੇਰੇ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਬੜੇ ਪ੍ਰੇਮ ਨਾਲ ਇਹ ਗੱਲ ਕਹਿੰਦੇ ਨੇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਉਹਨਾਂ ਦਾ ਇਹ ਇਸ਼ਾਰਾ ਜਿਹੜਾ ਹੈ ਸਮੁੱਚੀ ਸਮਗਰ ਬਾਣੀ ਵਾਲੇ ਪਾਸੇ ਹੀ ਹੁੰਦਾ ਹੈ, ਉਸ ਅਨੁਭਵ ਵਾਲੇ ਪਾਸੇ, ਉਹ ਤਜਰਬੇ ਵਾਲੇ ਪਾਸੇ, ਉਸ ਕਮਾਈ ਵਾਲੇ ਪਾਸੇ ਹੁੰਦਾ ਹੈ ਜਿਹੜਾ ਮਹਾਨ ਸਤਿਪੁਰਖਾਂ ਦਾ ਬਾਣੀ ਦੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਹੈ। ਤੋ ਆਓ ਆਪਾਂ ਇਸ ਸ਼ਬਦ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਇਹ ਸ਼ਬਦ ਸ੍ਰੀ ਰਾਗ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 93 ਉੱਤੇ ਇਹ ਸ਼ਬਦ ਦਰਜ ਹੈ, ਸੁਭਾਏਮਾਨ ਹੈ। ਬੜੀ ਪਿਆਰੀ ਪ੍ਰੇਮ ਭਰੀ ਪੰਕਤੀ ਹੈ, ਰਹਾਉ ਦਾ ਬੰਦ, ਜਿਸ ਵਿੱਚ ਭਗਤ ਜੀ ਆਖਦੇ ਨੇ, ਜੋ ਪੈ ਦਾ ਮਤਲਬ ਹੈ ਜੇਕਰ ਹਮ ਨਾ ਪਾਪ ਕਰੰਤਾ, ਅਸੀਂ ਪਾਪ ਨਾ ਕਰੀਏ, ਗੁਨਾਹ ਨਾ ਕਰੀਏ, ਅਹੇ ਅਨੰਤਾ, ਅਹੇ ਦਾ ਮਤਲਬ ਹੈ ਅਨੰਤ, ਅਨੰਤ ਦਾ ਮਤਲਬ ਹੈ ਜਿਹਦਾ ਅੰਤ ਨਾ ਪਾਇਆ ਜਾ ਸਕੇ। ਪੰਕਤੀ ਦਾ ਅਰਥ ਬਣ ਗਿਆ, ਹੇ ਬੇਅੰਤ ਪਰਮੇਸ਼ਰ, ਜੇ ਅਸੀਂ ਪਾਪ ਨਾ ਕਰੀਏ ਭਲਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਪਤਿਤ ਦਾ ਮਤਲਬ ਹੁੰਦਾ ਡਿੱਗਿਆ ਹੋਇਆ, ਪਾਪਾਂ ਵਿੱਚ ਡਿੱਗਿਆ ਹੋਇਆ, ਤੇ ਪਾਵਨ ਹੁੰਦਾ ਜਿਹੜਾ ਪਾਪਾਂ ਵਿੱਚ ਡਿੱਗਿਆ ਹੋਵੇ, ਉਹਨੂੰ ਪਾਪਾਂ ਚੋਂ ਕੱਢ ਕੇ, ਗੁਨਾਹਾਂ ਚੋਂ ਕੱਢ ਕੇ ਪਵਿੱਤਰ ਕਰ ਦੇਣ ਵਾਲਾ। ਜੇ ਭਲਾ ਅਸੀਂ ਪਾਪ ਨਾ ਕਰਦੇ ਤਾਂ ਸਾਡੇ ਪਾਪਾਂ ਨੂੰ ਬਖਸ਼ ਕੇ ਤੂੰ ਪਤਿਤ ਪਾਵਨ ਕਿਵੇਂ ਅਖਵਾਉਂਦਾ? ਤੇਰਾ ਇਹ ਗੁਣ ਦੁਨੀਆ ਦੇ ਸਾਹਮਣੇ ਕਿਵੇਂ ਆਉਂਦਾ? ਤੇਰੀ ਇਹ ਖੂਬੀ ਸੰਸਾਰ ਸਾਹਮਣੇ ਇਸੇ ਕਰਕੇ ਆਈ ਕਿਉਂਕਿ ਕੋਈ ਪਤਿਤ ਹੈ, ਕੋਈ ਗੁਨਾਹਾਂ 'ਚ ਮੁਬਤਲਾ ਹੈ, ਗ੍ਰਸਤ ਹੈ, ਗ੍ਰਸਿਆ ਹੋਇਆ ਹੈ, ਬੁਰਾਈ ਵਿੱਚ ਡਿੱਗਾ ਹੋਇਆ ਹੈ, ਤੇ ਉਸ ਨੂੰ ਤੋਂ ਉਹਨਾਂ ਗੁਨਾਹਾਂ ਦੇ ਵਿੱਚੋਂ ਤੇਰੇ ਨਾਮ ਦਾ ਸਦਕਾ ਉਹ ਬਾਹਰ ਨਿਕਲ ਆਇਆ, ਤੇ ਤੇਰੇ ਇਸ ਗੁਣ ਨੂੰ, ਤੇਰੀ ਇਸ ਖੂਬੀ ਨੂੰ ਮਹਿਸੂਸ ਕਰਕੇ ਤੇਰੇ ਪਿਆਰਿਆਂ ਨੇ ਤੈਨੂੰ ਪਤਿਤ ਪਾਵਨ ਕਿਹਾ। ਹੁਣ ਇਸ ਪੰਕਤੀ ਦਾ ਇਹ ਤੱਤ ਭਾਵ ਬਿਲਕੁਲ ਨਹੀਂ ਵੀ ਸਾਨੂੰ ਖੋਲ੍ਹ ਹੈ ਵੀ ਅਸੀਂ ਗੁਨਾਹ ਕਰੀ ਜਾਈਏ ਤੇ ਕਹੀ ਜਾਈਏ ਵੀ ਰੱਬਾ ਤੂੰ ਫਿਰ ਪਤਿਤ ਪਾਵਨ ਕਾਹਦਾ, ਜੇ ਅਸੀਂ ਪਾਪ ਨਾ ਕਰੀਏ ਤੇ ਤੇਰੀ ਵੈਲਿਊ ਕੀ ਹੈ। ਇਹਦਾ ਇਹ ਵੀ ਮਤਲਬ ਹੋ ਸਕਦਾ ਹੈ ਨਾ। ਹੁਣ ਤੁਸੀਂ ਵੇਖੋ ਨਾ, ਅਸੀਂ ਬਿਮਾਰ ਹੁੰਦੇ ਹਾਂ ਤੇ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਦੀ ਮਹੱਤਤਾ ਕੀ ਹੈ? ਵੀ ਉਹ ਰੋਗ ਨੂੰ ਨਿਵਾਰਦਾ, ਬਿਮਾਰ ਬੰਦੇ ਦਾ ਇਲਾਜ ਕਰਦਾ, ਉਹਦੀ ਇਹੀ ਹੈ ਨਾ। ਫਿਰ ਵੀ ਆਪਾਂ ਲੱਗਦੀ ਵਾਹ ਕੋਸ਼ਿਸ਼ ਇਹੀ ਕਰਦੇ ਨਾ ਬਿਮਾਰੀ ਤੋਂ ਬਚਿਆ ਜਾਏ। ਤੇ ਜੇ ਕੋਈ ਬੰਦਾ ਪਰਹੇਜ਼ ਨਾ ਕਰੇ ਤੇ ਬਿਮਾਰ ਹੀ ਹੋਈ ਜਾਏ ਤੇ ਆਪਣੀਆਂ ਗਲਤੀਆਂ ਉਹੀ ਬਾਰ-ਬਾਰ ਕਰੇ ਜਿਨ੍ਹਾਂ ਨਾਲ ਉਹ ਬਿਮਾਰ ਹੁੰਦਾ ਹੈ, ਤੇ ਉਹਨੂੰ ਕੋਈ ਪੁੱਛੇ ਵੀ ਤੂੰ ਪਰਹੇਜ਼ ਕਿਉਂ ਨਹੀਂ ਕਰਦਾ, ਦਵਾਈ ਕਿਉਂ ਨਹੀਂ ਖਾਂਦਾ, ਉਹ ਕਹੇਗਾ ਜੇ ਮੈਂ ਬਿਮਾਰ ਨਾ ਹੋਇਆ ਤੇ ਡਾਕਟਰ ਕੀ ਕਰੇਗਾ, ਉਹਨੂੰ ਕੰਮੇ ਕੌਣ ਲਾਏਗਾ, ਉਹ ਤਾਂ ਵਿਹਲਾ ਹੋ ਜਾਏਗਾ। ਮੈਂ ਤਾਂ ਉਹਦੀ ਵਜ੍ਹਾ ਕਰਕੇ ਬਿਮਾਰ ਹੁੰਨਾ ਵੀ ਉਹਨੂੰ ਕੰਮ ਮਿਲਿਆ ਰਿਹਾ। ਐਸੇ ਮਨੁੱਖ ਨੂੰ ਆਪਾਂ ਸਿਆਣਾ ਨਹੀਂ ਕਹਾਂਗੇ। ਬਿਮਾਰ ਹੋਣਾ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਉਹਦੇ ਵਿੱਚ ਮਨੁੱਖ ਆਪਣੀ ਅਕਲ, ਸਿਆਣਪ, ਚੇਤਨਾ ਵਰਤ ਕੇ ਆਪਣੇ ਆਪ ਨੂੰ ਜਿੰਨਾ ਸੁਰੱਖਿਅਤ ਰੱਖ ਸਕਦਾ ਹੈ, ਪ੍ਰੋਟੈਕਟ ਕਰ ਸਕਦਾ ਹੈ, ਉਨਾ ਉਹਦਾ ਕਰਨਾ ਹੱਕ ਵੀ ਬਣਦਾ ਹੈ। ਹਾਂ, ਇੱਕ ਨੈਚੁਰਲ ਪ੍ਰੋਸੈਸ ਹੈ ਬਿਮਾਰ ਹੋਣਾ, ਇਹ ਹਰ ਕੋਈ ਹੁੰਦਾ ਹੈ। ਸਰੀਰ ਹੈ, ਸਰੀਰ ਦੇ ਨਾਲ ਰੋਗ ਵੀ ਹੈ। ਭੋਗਮ ਤਾਂ ਰੋਗਮ, ਕਿੱਡਾ ਪਿਆਰਾ ਸ਼ਬਦ ਮਹਾਰਾਜ ਨੇ ਬਾਣੀ 'ਚ ਵਰਤਿਆ। ਅਸੀਂ ਖਾਂਦੇ ਹਾਂ, ਉਹਦਾ ਇਫੈਕਟ ਪੈਂਦਾ, ਮੌਸਮ ਬਦਲਦਾ, ਉਹਦਾ ਇਫੈਕਟ ਪੈਂਦਾ। ਹਰ ਚੀਜ਼ ਦਾ ਸੋਚਣ ਢੰਗ, ਪਹਿਨਣ, ਖਾਣ ਪੀਣ, ਬੁੱਲ, ਹਰ ਚੀਜ਼ ਜਿਹੜੀ ਜੋ ਵੀ ਭੋਗ ਰਿਹਾ ਸਰੀਰ, ਉਹਦੇ ਵਿੱਚੋਂ ਹੀ ਰੋਗ ਉਤਪੰਨ ਹੁੰਦਾ। ਇੱਕ ਨੈਚੁਰਲ ਪ੍ਰੋਸੈਸ ਹੈ, ਕੁਦਰਤੀ ਪ੍ਰਕਿਰਿਆ ਹੈ। ਪਰ ਇੱਕ ਚੀਜ਼ ਹੁਣ ਸਾਨੂੰ ਪਤਾ ਹੋਵੇ ਵੀ ਆਹ ਜ਼ਹਿਰ ਹੈ, ਜ਼ਹਿਰ ਨੂੰ ਖਾਣ ਨਾਲ ਸਰੀਰ ਇਫੈਕਟਡ ਹੁੰਦਾ ਹੈ, ਤੇ ਫਿਰ ਵੀ ਕੋਈ ਬੰਦਾ ਖਾਵੇ, ਇਹ ਪਤਾ ਹੁੰਦਿਆਂ ਹੋਇਆਂ ਵੀ ਖਾਵੇ ਵੀ ਇਹ ਮੇਰੇ ਸਰੀਰ ਨੂੰ ਰੋਗੀ ਬਿਮਾਰ ਕਰ ਸਕਦਾ ਹੈ, ਮੌਤ ਦੇ ਮੂੰਹ 'ਚ ਧੱਕ ਸਕਦਾ ਹੈ, ਤੇ ਫਿਰ ਵੀ ਉਹ ਕਰਦਾ ਬਿਨਾਂ ਵਜ੍ਹਾ, ਬਿਨਾਂ ਕਾਰਨ। ਤੇ ਫਿਰ ਉਹ ਬੰਦਾ ਕੋਲ ਦਲੀਲ ਇਹ ਦਿੰਦਾ ਵੀ ਮੈਂ ਤਾਂ ਡਾਕਟਰ ਦੀ ਵਜ੍ਹਾ ਕਰਕੇ ਖਾ ਰਿਹਾ, ਵੀ ਉਹ ਕਿਸੇ ਕੰਮੇ ਲੱਗੇ ਜਾਂ ਮੇਰਾ ਇਲਾਜ ਕਰੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਕਿੰਨਾ ਡਾਕਟਰ ਹੁਨਰਮੰਦ ਹੈ। ਇਹ ਕੋਈ ਸਿਆਣਪ ਨਹੀਂ ਹੋਏਗੀ। ਮਨੁੱਖ ਦੇ ਜੀਵਨ ਵਿੱਚ ਗਲਤੀਆਂ ਹੋਣੀਆਂ, ਮਨੁੱਖ ਦਾ ਪਾਪ ਨਾਲ ਇਫੈਕਟਡ ਹੋ ਜਾਣਾ, ਜੀਵਨ ਇੱਕ ਐਸੀ ਪ੍ਰਕਿਰਿਆ ਹੈ। ਇੱਥੇ ਕਿਸ ਵੇਲੇ ਮਨੁੱਖ ਸੰਸਾਰ ਦੀ ਬਦੀ ਦੇ ਪ੍ਰਭਾਵ ਥੱਲੇ ਆ ਕੇ ਗੁਨਾਹ ਕਰੇ, ਪਾਪੀ ਹੋ ਜਾਏ, ਕਿਸ ਵੇਲੇ ਔਗਣ ਦਾ ਪ੍ਰਭਾਵ ਮਨ ਤੇ ਪੈ ਜਾਏ, ਕੋਈ ਦਾਅਵਾ ਨਹੀਂ ਕਰ ਸਕਦਾ।
ਇਸ ਨੂੰ ਤਾਂ ਬਾਬਾ ਕਬੀਰ ਸਾਹਿਬ ਨੇ ਕਿਹਾ, ਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ। ਦਾਵਾ ਕੀ ਹੈ? ਭਲੇ ਹੀ ਅਸੀਂ ਕਿਸੇ ਮਨੁੱਖ ਦੇ ਔਗਣ ਨੂੰ ਵੇਖ ਕੇ ਤੇ ਕਈ ਵਾਰ ਉਸ ਦੇ ਔਗਣ ਨੂੰ ਇੰਨਾ ਉਛਾਲਦੇ ਨੇ, ਸਾਨੂੰ ਆਪਣਾ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਨਾਲ ਕੀ ਵਾਪਰਨ ਵਾਲੀ ਜਾਂ ਕੀ ਹੋਏਗਾ ਕੱਲ ਨੂੰ ਸਾਡੇ ਨਾਲ। ਕੋਈ ਦਾਵਾ ਥੋੜ੍ਹੀ ਕੀਤਾ ਜਾ ਸਕਦਾ। ਸਾਨੂੰ ਇਹ ਜੀਵਨ ਵਿੱਚ ਸਦਾ ਸੰਭਾਵਨਾ ਰੱਖ ਕੇ ਚੱਲਣਾ ਚਾਹੀਦਾ ਹੈ ਵੀ ਜੇ ਦੂਜਾ ਭੁੱਲ ਕਰਦਾ ਤੇ ਹੋ ਸਕਦਾ ਮੇਰੇ ਕੋਲੋਂ ਵੀ ਹੋ ਜਾਏ। ਧਰਮ ਦਾ ਖੇਤਰ ਇਸੇ ਕਰਕੇ ਬਖਸ਼ੰਦ ਖੇਤਰ ਮੰਨਿਆ ਜਾਂਦਾ। ਅਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹੀਏ, ਸਤਿਗੁਰੂ ਨੇ ਕਿਹਾ ਠੀਕ ਹੈ, ਮੈਂ ਕਿਸੇ ਦੇ ਪਾਪ ਨਾਲ, ਗੁਨਾਹ ਨਾਲ, ਔਗਣ ਨਾਲ ਸਹਿਮਤ ਨਹੀਂ। ਮੈਂ ਔਗਣ ਨੂੰ, ਪਾਪ ਨੂੰ ਨਕਾਰਦਾ ਹਾਂ, ਪਰ ਮੈਂ ਕੋਸ਼ਿਸ਼ ਕਰਾਂਗਾ ਵੀ ਜੇ ਕੋਈ ਔਗਣ ਆ ਰਿਹਾ ਹੈ, ਕੋਈ ਪਾਪੀ ਹੈ, ਕੋਈ ਗੁਨਾਹਗਾਰ ਹੈ, ਕੋਈ ਮੰਦਾ ਅਮਲ ਕਰਦਾ ਹੈ, ਤੇ ਮੈਂ ਕੋਈ ਚਾਰਾ ਤੇ ਕਰਾਂ ਵੀ ਘੱਟੋ ਘੱਟ ਉਹ ਇਸ ਗੰਦਗੀ ਵਿੱਚੋਂ ਬਾਹਰ ਨਿਕਲੇ। ਅੱਜ ਕੋਈ ਉਹਦੀ ਮਦਦ ਕਰੇ, ਹੋ ਸਕਦਾ ਕੱਲ ਨੂੰ ਉਹ ਅਕਲਮੰਦ ਬਣ ਕੇ, ਚੰਗਾ ਬਣ ਕੇ ਉਹ ਕਿਸੇ ਦੀ ਮਦਦ ਕਰੇ। ਸੰਸਾਰ ਜਿਹੜਾ ਹੈ ਉਹ ਚੱਲਦਾ ਹੀ ਆਪਸੀ ਸਹਿਯੋਗ ਦੇ ਨਾਲ। ਕੁਦਰਤ ਦੀ ਹਰ ਚੀਜ਼ ਇੱਕ ਦੂਜੇ ਨੂੰ ਸਹਿਯੋਗ ਕਰ ਰਹੀ। ਗੁਰੂ ਦਾ ਸੁਭਾਅ ਇਸੇ ਕਰਕੇ ਬਖਸ਼ੰਦ ਹੈ। ਅਕਾਲ ਪੁਰਖ ਨੂੰ ਇਸੇ ਕਰਕੇ ਬਖਸ਼ੰਦ ਕਿਹਾ ਗਿਆ। ਔਗਣ ਕੋ ਨਾ ਚਤਾਰਦਾ, ਗਲ ਸੇਤੀ ਲਾਇਕ। ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਇਹੀ ਕਿਹਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮੜ ਥੱਕੀ ਜੀਓ ਕਦੇ ਨਾ ਬੋਲੇ ਕੋ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਤਾਵੇ। ਕਿਉਂਕਿ ਧਰਮ ਦਾ ਖੇਤਰ, ਗੁਰਮਤ ਦਾ ਖੇਤਰ ਸਾਨੂੰ ਇਹ ਦੱਸਦਾ ਹੈ ਵੀ ਪੋਸੀਬਿਲਿਟੀ ਹੈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੇ, ਵੀ ਤੁਸੀਂ ਜੀਵਨ ਦੇ ਮਾਰਗ ਤੇ ਚੱਲਦੇ ਹੋ, ਥਿੜਕਣ ਹੋਣੀ, ਕੁਰਾਏ ਪੈ ਜਾਣਾ, ਭਟਕ ਜਾਣਾ, ਇਹਦੀ ਸੰਭਾਵਨਾ ਸਦਾ ਬਣੀ ਰਹਿੰਦੀ ਹੈ। ਇਸੇ ਲਈ ਸਤਿਗੁਰੂ ਨੇ ਸਾਨੂੰ ਕਿਹਾ ਵੀ ਬਾਣੀ ਦਾ, ਪਰਮੇਸ਼ਰ ਦੇ ਗੁਣਾਂ ਦਾ, ਨੇਕ ਪੁਰਖਾਂ ਦੀ ਸੰਗਤ ਦਾ, ਉੱਤਮ ਵਿਚਾਰਾਂ ਦਾ ਸਦਾ ਹੀ ਆਸਰਾ ਤੱਕਦੇ ਰਹੋ, ਤਾਂ ਕਿ ਸੰਭਾਵਨਾ ਘਟ ਜਾਏ ਜੀਵਨ 'ਚ। ਤੇ ਜੇ ਫਿਰ ਵੀ ਐਸੀ ਵਾਪਰ ਜਾਏ ਕਿਤੇ ਨਾ ਕਿਤੇ, ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ, ਉਸ ਨੂੰ ਬਦਲਿਆ ਜਾ ਸਕਦਾ ਹੈ। ਕਿੰਨੀਆਂ ਐਸੀਆਂ ਉਦਾਹਰਨਾਂ ਗੁਰੂ ਮਹਾਰਾਜ ਦੇ ਜੀਵਨ ਤੋਂ ਲਈਆਂ ਜਾ ਸਕਦੀਆਂ ਨੇ, ਜਿੱਥੇ ਸਤਿਗੁਰੂ ਆਪ ਬੁਰੇ ਲੋਕਾਂ ਕੋਲ ਚੱਲ ਕੇ ਗਏ ਤੇ ਉਹਨਾਂ ਦੇ ਜੀਵਨ ਬਦਲ ਗਏ। ਕੁਝ ਐਸੇ ਲੋਕ ਵੀ ਆਏ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆ ਕੇ ਤੇ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਨੇ, ਤੇ ਮਹਾਰਾਜ ਉਹਨਾਂ ਦੀ ਪਿਛਲੇਰੀ ਜ਼ਿੰਦਗੀ ਨੂੰ ਉੱਥੇ ਹੀ ਛੱਡ ਦਿੰਦੇ ਨੇ। ਆਖਿਆ ਬਸ ਉਹ ਇੱਕ ਵਕਤ ਸੀ ਜਿਹੜਾ ਬਤੀਤ ਹੋ ਗਿਆ, ਹੁਣ ਅੱਗੇ ਦਾ ਵੇਖੋ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵਾ। ਭਾਈ ਗੁਰਦਾਸ ਜੀ ਨੇ ਬੜੀ ਬਾਕਮਾਲ ਵਿਚਾਰ ਦਿੱਤੀ ਆਪਣੀਆਂ ਵਾਰਾਂ ਵਿੱਚ। ਉਹ ਕਹਿੰਦੇ ਜੇ ਪੁਰਾਣੀਆਂ ਉਦਾਹਰਨਾਂ ਉਹਨਾਂ ਨੇ ਲਈਆਂ, ਕਹਿੰਦੇ ਜੇਕਰ ਉਧਰੀ ਪੂਤਨਾ ਵਿਹੋ ਪਿਲਾਵਣ ਕੰਮ ਨਾ ਚੰਗਾ। ਪੁਰਾਣੀਆਂ ਉਦਾਹਰਨਾਂ ਨੇ ਨਾ, ਬਾਣੀ ਵਿੱਚ ਜ਼ਿਕਰ ਹੈ, ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੈ ਭਰੀ। ਬੱਚੇ ਨੂੰ ਦੁੱਧ ਰਾਹੀਂ ਜ਼ਹਿਰ ਪਿਆ ਕੇ ਮਾਰ ਦੇਣ ਵਾਲੀ। ਹੁਣ ਜੇ ਉਹਦਾ ਉਧਾਰ ਹੋ ਗਿਆ ਉਸ ਔਰਤ ਦਾ ਜਿਹੜੀ ਬੱਚੇ ਦਾ ਘਾਤ ਕਰ ਦਿੰਦੀ ਹੈ ਦੁੱਧ ਦੇ ਰਾਹੀਂ ਜ਼ਹਿਰ ਦੇ ਕੇ, ਪੁਰਾਣੀ ਐਗਜ਼ਾਮਪਲ ਉਦਾਹਰਣ ਜਿਹੜੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਜੇ ਕੋਈ ਕੱਲ ਨੂੰ ਇਹ ਕਹੇ ਵੀ ਉਹਦਾ ਉਧਾਰ ਹੋ ਗਿਆ, ਤੇ ਕਿਉਂ ਨਾ ਮੈਂ ਵੀ ਇਹ ਪਹਿਲਾਂ ਬਦੀ ਕਰਕੇ ਵੇਖਾਂ, ਤੇ ਫਿਰ ਮੇਰਾ ਵੀ ਉਧਾਰ ਹੋਏ ਤੇ ਮੈਂ ਵੀ ਉਹੀ ਸਟੇਟਸ ਪਾਵਾਂ, ਮੇਰੀ ਵੀ ਉਦਾਹਰਣ ਮਿਥੀ ਜਾਏ। ਉਹਨਾਂ ਨੇ ਗਨਕਾ ਦੀ ਉਦਾਹਰਣ ਦਿੱਤੀ, ਅਜਾਮਲ ਦੀ ਉਦਾਹਰਣ ਦਿੱਤੀ। ਪੁਰਾਣੀਆਂ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਨੇ ਜਿਨ੍ਹਾਂ ਨੂੰ ਭਾਰਤੀ ਪੁਰਾਣਕ ਕਥਾਵਾਂ ਵਿੱਚ ਕਿਹਾ ਗਿਆ ਵੀ ਇਹ ਮੰਦੇ ਕਰਮ ਕਰਦੇ ਸਨ ਤੇ ਫਿਰ ਇਹਨਾਂ ਦੇ ਜੀਵਨ 'ਚ ਪਲਟਾ ਆਇਆ ਤੇ ਫਿਰ ਇਹ ਸੁਧਰ ਗਏ, ਇਹਨਾਂ ਦਾ ਉਧਾਰ ਹੋਇਆ, ਇਹਨਾਂ ਦਾ ਭਲਾ ਹੋਇਆ। ਤੇ ਭਾਈ ਗੁਰਦਾਸ ਜੀ ਨੇ ਉਹ ਉਦਾਹਰਨਾਂ ਦੇ ਕੇ ਕਿਹਾ ਵੀ ਹੁਣ ਕੋਈ ਆਖੇ ਵੀ ਮੈਂ ਪਹਿਲਾਂ ਅਜਾਮਲ ਵਾਲੇ ਕਰਮ ਕਰਾਂ, ਮੈਂ ਪਹਿਲਾਂ ਗਨਕਾ ਵਰਗਾ ਜੀਵਨ ਬਣਾਵਾਂ ਤੇ ਫਿਰ ਮੇਰਾ ਉਧਾਰ ਹੋਏ, ਮੈਂ ਉਸ ਪ੍ਰੋਸੈਸ 'ਚੋਂ ਲੰਘਾਂ, ਨਹੀਂ। ਉਹਨਾਂ ਦੇ ਜੀਵਨ ਦਾ ਤਜਰਬਾ ਹੀ, ਹੁਣ ਕੋਈ ਮਨੁੱਖ ਸਾਨੂੰ ਜੇ ਦੱਸਦਾ ਵੀ ਆਹ ਜਿਹੜੀ ਜ਼ਹਿਰੀਲੀ ਚੀਜ਼ ਹੈ, ਜੇ ਬੰਦਾ ਇਹਨੂੰ ਖਾ ਲਵੇ ਤੇ ਮਰ ਜਾਂਦਾ। ਹੁਣ ਜਿਹੜਾ ਬੰਦਾ ਆਖੇ ਵੀ ਨਹੀਂ, ਜਿੰਨਾ ਚਿਰ ਮੈਂ ਤਜਰਬਾ ਨਹੀਂ ਕਰਦਾ ਮੈਂ ਕਿਵੇਂ ਮੰਨ ਲਵਾਂ। ਹਰ ਗੱਲ ਅਸੀਂ ਆਪਣੇ ਤੇ ਟੁਕਾ ਕੇ, ਹੰਢਾ ਕੇ ਨਹੀਂ ਕਰ ਸਕਦੇ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਦੂਜਿਆਂ ਤੋਂ ਵੇਖ ਕੇ ਜਾਂ ਦੂਜਿਆਂ ਤੋਂ ਸੁਣ ਕੇ ਜਾਂ ਦੂਜਿਆਂ ਦੇ ਜੀਵਨ 'ਚ ਵਾਪਰੀਆਂ ਹੋਈਆਂ ਗੱਲਾਂ ਤੋਂ ਹੀ ਅਸੀਂ ਉਹ ਤਜਰਬਾ ਲੈ ਲੈਂਦੇ ਹਾਂ, ਉਹਨੂੰ ਇਵੇਂ ਹੀ ਅਪਣਾਇਆ ਜਾਂਦਾ ਜਿਵੇਂ ਸਾਡੇ ਨਾਲ ਵਾਪਰਿਆ ਹੋ। ਕਿ ਕਦੇ ਕੋਈ ਜਿੱਦ ਕਰਦਾ ਵੀ ਇਹ ਤਾਂ ਦੂਜਿਆਂ ਦੇ ਖਿਆਲ ਨੇ ਵੀ ਜ਼ਹਿਰ ਖਾਣ ਨਾਲ ਬੰਦਾ ਮਰ ਜਾਂਦਾ, ਜਿੰਨਾ ਚਿਰ ਮੈਂ ਇਹ ਤਜਰਬਾ ਨਹੀਂ ਕਰਦਾ ਮੈਂ ਕਿਵੇਂ ਮੰਨਾਂ। ਕਿ ਅਸੀਂ ਮੰਨਿਆ ਇਹਨਾਂ ਨੂੰ ਸੁਣ ਕੇ ਮੰਨਿਆ, ਦੂਜਿਆਂ 'ਤੇ ਇਫੈਕਟ ਪੈਂਦਾ ਵੇਖ ਕੇ ਮੰਨਿਆ,
ਦੂਜਿਆਂ ਦੀ ਖੋਜ ਦੇ ਆਧਾਰ ਤੇ ਮੰਨਿਆ। ਜੇ ਅਸੀਂ ਸਾਰੇ ਇਹ ਤਜਰਬਾ ਕਰਨ ਲੱਗ ਜਾਈਏ ਤੇ ਕੌਣ ਬਚੇਗਾ। ਬਸ ਇਸੇ ਤਰੀਕੇ ਨਾਲ ਭਾਈ ਗੁਰਦਾਸ ਜੀ ਨੇ ਆਖਿਆ, ਜਿਹੜਾ ਮਨੁੱਖ ਐਸੀ ਸੋਚ ਰੱਖਦਾ ਹੈ, ਉਹ ਕੁਟੰਗਾ ਸ਼ਬਦ ਉਹਨਾਂ ਨੇ ਵਰਤਿਆ ਆਪਣੀ ਵਾਰ ਦੇ ਅਖੀਰ ਵਿੱਚ, ਕਿ ਉਹ ਭੈੜੇ ਢੰਗ ਦਾ ਹੈ, ਉਹਦੀ ਸੋਚ ਵਿੱਚ ਕਾਣ ਹੈ। ਤੋ ਇਸ ਪੰਕਤੀ ਦਾ ਭਾਵ ਇਹ ਨਹੀਂ, ਇਸ ਪੰਕਤੀ ਦਾ ਭਾਵ ਹੈ, ਹੇ ਮੇਰੇ ਮਾਲਕ ਵਾਹਿਗੁਰੂ, ਤੇਰੀ ਇਹ ਖੂਬੀ ਪਤਿਤ ਪਾਵਨ ਇਸੇ ਕਰਕੇ ਉਗੜ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਤੂੰ ਸਾਡੇ ਵਰਗੇ ਪਤਿਤ ਗੁਨਾਹਾਂ ਵਿੱਚ, ਪਾਪ ਵਿੱਚ ਗ੍ਰਸਤ ਲੋਕਾਂ ਦਾ, ਤੇਰਾ ਨਾਮ ਜਿਹੜਾ ਹੈ, ਤੇਰੇ ਗੁਣ ਜਿਹੜੇ ਨੇ ਉਹ ਭਲਾ ਕਰਨ ਵਾਲੇ ਨੇ। ਤੇਰੀ ਇਹ ਖੂਬੀ ਸਾਡੇ ਜੀਵਨ ਨੂੰ ਸਵਾਰ ਦਿੰਦੀ। ਇਸੇ ਕਰਕੇ ਜਦੋਂ ਤੂੰ ਸਾਨੂੰ ਪਤਿਤਾਂ ਤੇ ਗੁਨਾਹਾਂ ਵਿੱਚ ਡਿੱਗਿਆ ਹੋਇਆਂ ਨੂੰ ਉਠਾਲ ਲੈਣਾ ਹੈ, ਗਲ ਲਾ ਲੈਣਾ ਹੈ, ਭਲਾ ਰਾਹ ਵਿਖਾਲ ਦੇਣਾ ਹੈ, ਤਾਂ ਫਿਰ ਸਾਨੂੰ ਸਮਝ ਪੈਂਦੀ ਹੈ। ਪਹਿਲੀ ਪੰਕਤੀ ਵਿੱਚ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਸਮਝ ਪਈ ਵੀ ਤੇਰੇ ਮੇਰੇ 'ਚ ਤਾਂ ਵੇਥ ਹੀ ਕੋਈ ਨਹੀਂ, ਮੇਰੇ ਤੇਰੇ ਵਿੱਚ ਭੇਦ ਹੀ ਕੋਈ ਨਹੀਂ। ਇਹ ਹੁਣ ਇੱਕ ਐਸਾ ਬਚਨ ਹੈ ਜਿਸ ਨੇ ਇਸ ਧਾਰਾ ਨੂੰ ਬਦਲ ਕੇ ਰੱਖ ਦਿੱਤਾ ਹੈ ਕਿ ਪਰਮੇਸ਼ਰ ਵੱਖਰੀ ਹਸਤੀ ਹੈ, ਜੀਵ ਰੱਬ ਤੋਂ ਵੱਖਰੀ ਚੀਜ਼ ਹੈ, ਤੇ ਇਹ ਉਹਦੀ ਜਿੰਨੀ ਰਚਨਾ ਹੈ ਸੰਸਾਰ ਦੀ, ਇਹ ਵੱਖਰੀ ਚੀਜ਼ ਹੈ। ਹਾਲਾਂਕਿ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਣੀ ਇੱਕ ਵਿਆਖਿਆ, ਬਹੁਤ ਲੰਬੀ ਚੌੜੀ ਵਿਆਖਿਆ ਦੀਆਂ ਕੜੀਆਂ ਹੁੰਦੀਆਂ ਨੇ। ਹੁਣ ਜੇ ਕੋਈ ਇੱਕ ਕੜੀ ਨੂੰ ਲੈ ਕੇ ਇੱਕ ਜਗ੍ਹਾ ਤੇ ਅੜ ਜਾਏ ਤੇ ਦੂਜਾ ਦੂਜੀ ਕੜੀ ਨੂੰ ਫੜ ਕੇ ਉਸ ਨੁਕਤੇ ਤੇ ਅੜ ਜਾਏ ਤੇ ਗੱਲ ਸਿਰੇ ਨਹੀਂ ਲੱਗੇਗੀ। ਸਤਿਗੁਰੂ ਨੇ ਕਿਹਾ ਵੀ ਇੱਕ ਕਰਤਾ ਸਿਰਜਣਹਾਰ ਕ੍ਰੀਏਟਰ ਹੈ, ਉਹ ਆਪਣੀ ਕ੍ਰੀਏਸ਼ਨ ਵਿੱਚ ਇੱਕ ਸੁਰ ਹੈ। ਕ੍ਰੀਏਸ਼ਨ ਜਿਹੜੀ ਹੈ, ਜਿਹਨੂੰ ਆਪਾਂ ਕਿਰਤ ਕਹਿੰਦੇ ਆ, ਜਗਤ ਰਚਨਾ ਜਿਹੜੀ ਹੈ, ਇਹ ਉਪਜਣ ਤੇ ਬਿਨਸਣ ਦੀ ਪ੍ਰਕਿਰਿਆ ਚੋਂ ਲੰਘਦੀ ਹੈ। ਪਰ ਇਹਦੀ ਜਿਹੜੀ ਮੂਲ ਸੱਤਾ ਹੈ, ਇਸ ਜਗਤ ਦੀ ਬੇਸ ਹੈ, ਜਿਹੜਾ ਤਾਕਤ ਸੱਤਾ ਜਿਹੜੀ ਹੈ, ਸਪਿਰਿਟ ਹੈ, ਜਿਹੜੀ ਚੇਤਨਾ ਹੈ, ਜਿਹੜੀ ਸਿਰਜਕ ਸ਼ਕਤੀ ਹੈ, ਉਹ ਬਦਲਦੀ ਨਹੀਂ। ਉਹ ਸਦੀਵ ਕਾਲ ਸੱਚ ਹੈ, ਨਾ ਉਹ ਜੰਮੀ ਹੈ, ਨਾ ਉਹਨੇ ਮਰਨਾ ਹੈ, ਨਾ ਉਹਨੇ ਮੁੱਕਣਾ ਹੈ, ਉਹਦਾ ਕੋਈ ਐਂਡ ਨਹੀਂ। ਮਟੀਰੀਅਲ ਦਾ ਰੂਪ ਬਦਲਦਾ ਰਹਿੰਦਾ। ਭਗਤ ਜੀ ਨੇ ਬਾ ਕਮਾਲ ਵਿਚਾਰ ਦਿੱਤੀ, ਕਹਿਣ ਲੱਗੇ, ਤੋਹੀ ਮੋਹੀ ਤੇਰੇ ਮੇਰੇ ਵਿੱਚ, ਮੇਰੇ ਤੇਰੇ ਵਿੱਚ ਅੰਤਰ ਕੈਸਾ। ਕੀ ਵਿੱਥ ਹੈ ਭਲਾ, ਕੀ ਫਰਕ ਹੈ? ਕਹਿੰਦੇ ਬਸ ਮਾਮੂਲੀ ਜਿਹਾ, ਘਾੜਤ ਦਾ ਫਰਕ। ਕਨਕ ਕਟਕ, ਕਨਕ ਸੋਨੇ ਨੂੰ ਕਹਿੰਦੇ ਨੇ, ਕਟਕ ਕੜਿਆਂ ਨੂੰ ਕਹਿੰਦੇ। ਜਿਵੇਂ ਸੋਨਾ ਇੱਕ ਧਾਤ ਹੈ, ਤੇ ਇੱਕੇ ਹੀ ਧਾਤ ਤੋਂ ਸੁਨਿਆਰ ਜਿਹੜਾ ਸੋਨੇ ਦੇ ਗਹਿਣੇ ਬਣਾਉਣ ਵਾਲਾ, ਉਹ ਕਿੰਨੇ ਕਿਸਮ ਦੇ ਗਹਿਣੇ ਬਣਾ ਦਿੰਦਾ। ਸਰੀਰ ਦੇ ਵੱਖ-ਵੱਖ ਅੰਗਾਂ ਤੇ ਪਹਿਨੇ ਜਾਣ ਵਾਲੇ ਗਹਿਣਿਆਂ ਦੀ ਘਾੜਤ ਵੱਖਰੀ ਵੱਖਰੀ ਹੁੰਦੀ ਹੈ। ਹੁਣ ਕੋਈ ਇਹ ਤਾਂ ਕਹਿ ਸਕਦਾ ਵੀ ਆਹ ਜਿਹੜਾ ਗੁੱਟ ਤੇ ਪਹਿਨਿਆ ਜਾਣ ਵਾਲਾ ਗਹਿਣਾ ਹੈ, ਇਹਦੀ ਘਾੜਤ ਵੱਖਰੀ ਹੈ, ਜਿਹੜਾ ਗਲ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ, ਇਹਦੀ ਘਾੜਤ ਵੱਖਰੀ ਹੈ, ਤੇ ਦੋਵੇਂ ਬਣੇ ਹੋਏ ਸੋਨੇ ਤੋਂ ਨੇ। ਤੇ ਕੋਈ ਇਹ ਥੋੜੀ ਕਹਿ ਸਕਦਾ ਵੀ ਜਿਹੜਾ ਗੁੱਟ ਵਾਲਾ ਸੋਨਾ ਹੈ ਹੋਰ ਸੋਨਾ ਹੈ, ਤੇ ਜਿਹੜਾ ਗਲ 'ਚ ਪਹਿਨਿਆ ਜਾਣ ਵਾਲਾ ਸੋਨਾ ਹੈ ਹੋਰ ਸੋਨਾ, ਕਿਉਂਕਿ ਗਲ 'ਚ ਪਹਿਨਿਆ ਜਾਣ ਵਾਲਾ, ਕਿਉਂਕਿ ਇਹਦੀ ਘਾੜਤ ਵੱਖਰੀ ਹੈ। ਨਹੀਂ, ਧਾਤ ਇੱਕੋ ਹੈ, ਉਹਨੂੰ ਘੜਿਆ ਵੱਖਰੇ ਵੱਖਰੇ ਸਟਾਈਲ ਨਾਲ ਗਿਆ, ਤਰੀਕੇ ਨਾਲ ਗਿਆ। ਇਸੇ ਲਈ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਮਾਟੀ ਏਕ ਅਨੇਕ ਭਾਂਤ ਕਰ। ਮਿੱਟੀ ਦੇ ਭਾਂਡੇ ਬਣਾਉਣ ਵਾਲਾ ਸੱਜਣ ਜਿਹੜਾ ਹੈ, ਉਹ ਮਿੱਟੀ ਦੇ ਭਾਂਡਿਆਂ ਦੇ ਆਕਾਰ ਵੱਖਰੇ ਵੱਖਰੇ ਬਣਾਉਂਦਾ, ਉਹਨਾਂ ਦੀ ਘਾੜਤ, ਉਹਨਾਂ ਦੀ ਸ਼ੇਪ, ਸ਼ਕਲ ਵੱਖਰੀ ਵੱਖਰੀ ਕਰਦਾ, ਪਰ ਉਹ ਬਣੇ ਤੇ ਸਾਰੇ ਮਿੱਟੀ ਤੋਂ ਹੀ ਹੁੰਦੇ ਨੇ ਨਾ। ਕੋਈ ਇਹ ਤੋਂ ਇਨਕਾਰੀ ਥੋੜ੍ਹਾ ਹੋ ਜਾਂਦਾ। ਠੀਕ ਇਸੇ ਤਰ੍ਹਾਂ ਭਗਤ ਜੀ ਆਖਦੇ ਨੇ ਵੀ ਜਿਵੇਂ ਸੋਨਾ ਤੇ ਸੋਨਾ ਇੱਕ ਧਾਤ ਹੈ, ਤੇ ਉਸ ਧਾਤ ਤੋਂ ਵੱਖਰੇ ਵੱਖਰੇ ਕਿਸਮ ਦੇ ਗਹਿਣੇ ਘੜ ਲਏ ਜਾਣ। ਹੇ ਮੇਰੇ ਮਾਲਕ ਵਾਹਿਗੁਰੂ, ਤੂੰ ਇੱਕ ਹੀ ਹੈ, ਤੂੰ ਮੂਲ ਹੈ, ਪਰ ਮੈਂ ਇੱਕ ਘਾੜਤ ਹਾਂ ਤੇਰੀ, ਮੈਂ ਇੱਕ ਘਾੜਤ ਹਾਂ। ਮੈਂ ਉਪਜਿਆ ਹਾਂ, ਮੈਂ ਬਿਨਸਾਂਗਾ, ਪਰ ਉਪਜਿਆ ਵੀ ਮੈਂ ਕਿੱਥੋਂ ਆ ਤੇ ਬਿਨਸ ਕੇ ਜਾਵਾਂਗਾ ਵੀ ਕਿੱਥੇ? ਤੇਰੇ ਵਿੱਚ ਹੀ ਆ ਨਾ। ਜੇ ਅਗਲੀ ਗੱਲ ਕਹੀ, ਜਲ ਤਰੰਗ ਜੈਸਾ। ਪਾਣੀ ਹੈ, ਪਾਣੀ ਤੋਂ ਲਹਿਰ ਉੱਠਦੀ, ਛੱਲ ਉੱਠਦੀ ਹੈ, ਤਰੰਗਾਂ ਪਾਣੀ ਦੇ ਉੱਤੇ ਪੈਂਦੀਆਂ ਨੇ ਹਵਾ ਦੇ ਵੇਗ ਨਾਲ। ਹੁਣ ਉਹ ਤਰੰਗ ਬਾਹਰੋਂ ਤਾਂ ਕਿਤਿਓਂ ਨਹੀਂ ਆਉਂਦੀ, ਹਵਾ ਦਾ ਵੇਗ ਹੈ, ਪਾਣੀ ਛਲਕਦਾ, ਉੱਚਾ ਉੱਠਦਾ, ਤੇ ਉਹ ਤਰੰਗ, ਉਹ ਜਿਹੜੀ ਲਹਿਰ ਹੈ, ਉਪਜੀ ਕਿੱਥੋਂ? ਪਾਣੀ ਦੇ ਵਿੱਚੋਂ। ਤੇ ਉਹਨੇ ਜਾਣਾ ਕਿੱਥੇ ਹੈ? ਪਾਣੀ ਵਿੱਚ ਹੀ ਸਮਾ ਜਾਣਾ। ਉਹ ਇੱਕ ਪਾਣੀ ਦਾ ਹੀ ਰੂਪ ਹੈ, ਜਿਹੜਾ ਹਵਾ ਦੇ ਨਾਲ ਵੱਖਰਾ ਬਣ ਕੇ ਇੱਕ ਨਵਾਂ ਰੂਪ ਪੈਦਾ ਕਰਕੇ ਸਾਡੇ ਸਾਹਮਣੇ ਆਉਂਦਾ, ਸਾਨੂੰ ਚੰਗਾ ਲੱਗਦਾ। ਉਹ ਅੱਖ ਨੂੰ ਵੱਖਰਾ ਦਿਸਦਾ ਹੈ, ਪਰ ਵੱਖਰਾ ਕੁਝ ਨਹੀਂ। ਤੋ ਭਗਤ ਜੀ ਆਖਦੇ ਨੇ ਇਸੇ ਤਰ੍ਹਾਂ, ਹੇ ਮੇਰੇ ਮਾਲਕ ਵਾਹਿਗੁਰੂ, ਤੇਰੇ ਤੇ ਮੇਰੇ ਵਿੱਚ
ਮੈਨੂੰ ਹੁਣ ਇਹ ਸਮਝ ਪਈ ਆ ਵੀ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਕੋਈ ਵਿਥ ਨਹੀਂ, ਕੋਈ ਅੰਤਰ ਨਹੀਂ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਇਸੇ ਨੂੰ ਕਹਿੰਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਇਸ ਬਚਨ ਦੀ ਰੌਸ਼ਨੀ ਵਿੱਚ ਜ਼ਰਾ ਵੇਖੋ ਵੀ ਬੰਦਾ ਬੰਦੇ ਨਾਲ ਨਫ਼ਰਤ ਕਿਸ ਵਜ੍ਹਾ ਕਰਕੇ ਕਰਦਾ, ਉਹਦਾ ਬੇਸ ਕੀ ਹੈ। ਜੇ ਆਹ ਤੱਤ ਮਨੁੱਖ ਦੀ ਸੁਰਤ ਵਿੱਚ ਵਸ ਜਾਂਦਾ ਹੈ, ਸੰਸਾਰ 'ਚ ਕਿਤੇ ਰੇਸਿਜ਼ਮ ਨਹੀਂ ਹੋਏਗਾ, ਜਾਤ ਪਾਤ ਦੇ ਨਾਂ 'ਤੇ ਬੰਦੇ ਕੋਈ ਨਹੀਂ ਜਾਣਗੇ, ਰੰਗ ਨਸਲ ਦੇ ਭੇਦ ਕਰਕੇ ਬੰਦਾ ਬੰਦੇ ਦਾ ਵੈਰੀ ਨਹੀਂ ਹੋ ਸਕਦਾ। ਇਹ ਸੰਸਾਰ ਦੇ ਅੰਦਰ ਸਭ ਤੋਂ ਮਾਰੂ ਰੋਗ ਜਿਹੜਾ ਹੈ, ਭੇਦ ਭਾਵ, ਛੂਆ ਛਾਤ ਤੇ ਨਫ਼ਰਤ, ਇਹ ਸਾਰੀਆਂ ਕੰਧਾਂ ਢਹਿ ਜਾਣਗੀਆਂ ਜੇ ਮਨੁੱਖ ਇਸ ਇੱਕ ਨੁਕਤੇ ਦੇ ਉੱਤੇ ਕੇਂਦਰਿਤ ਹੋਏ। ਪਰ ਇਹਨੂੰ ਕਮਾਉਣਾ ਪੈਂਦਾ। ਇਹਦੇ ਲਈ ਤੁਹਾਨੂੰ ਆਕਾਰ ਦੇ ਵਿੱਚ ਵਸਦੇ ਹੋਏ ਨਿਰਾਕਾਰ ਤੱਕ ਆਪਣੀ ਸੁਰਤ ਦਾ ਵਹਾਅ ਲਿਜਾਣਾ ਪੈਂਦਾ। ਇਹ ਵਿਕਾਸ, ਇਹ ਉਚਾਈ, ਇਹ ਸਿਖਰ ਸਾਡੀਆਂ ਪਾਬੰਦੀਆਂ ਵਿੱਚ ਰਹਿ ਕੇ ਨਹੀਂ ਕਮਾਈ ਜਾ ਸਕਦੀ। ਤੋ ਸਾਹਿਬ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਤੁਮ ਜੋ ਨਾਇਕ ਆਛੋ ਅੰਤਰਜਾਮੀ। ਨਾਇਕ ਦਾ ਅਰਥ ਹੁੰਦਾ ਹੈ ਆਗੂ। ਵਣਜਾਰੇ ਜਿਹੜੇ ਸਨ ਨਾ, ਵਣਜਾਰੇ ਇਕੱਠੇ ਹੋ ਕੇ, ਵਣਜਾਰਿਆਂ ਦਾ ਇਕੱਠ ਗਰੁੱਪ ਜਾਂਦਾ ਸੀ ਇੱਕ। ਉਹਨਾਂ ਦੇ ਕੋਲ ਪੁਰਾਣੇ ਸਾਧਨ ਹੁੰਦੇ ਸਨ, ਗਧੇ ਹੁੰਦੇ ਸਨ ਜਿਨ੍ਹਾਂ 'ਤੇ ਮਾਲ ਲੱਦਿਆ ਜਾਂਦਾ ਸੀ, ਊਠ ਹੁੰਦੇ ਸਨ, ਘੋੜੇ ਹੁੰਦੇ ਸਨ, ਬੈਲ ਗੱਡੀਆਂ ਹੁੰਦੀਆਂ ਸਨ, ਖੱਚਰਾਂ ਹੁੰਦੀਆਂ ਸਨ, ਹਾਥੀ ਹੁੰਦੇ ਜਿਹੜੇ ਬਹੁਤ ਵੱਡੇ, ਹੁਣ ਉਹਨਾਂ ਕੋਲ ਹਾਥੀ ਵੀ ਹੁੰਦੇ ਸਨ। ਉਹ ਜਿਹੜਾ ਗੱਡਿਆਂ 'ਤੇ ਲੱਦਿਆ ਹੋਇਆ ਮਾਲ ਲੈ ਕੇ ਤੇ ਕਈ ਗੱਡੇ ਇਕੱਠੇ, ਜਿੱਡਾ ਵੱਡਾ ਕੋਈ ਵਪਾਰੀ ਹੈ ਉਨੇ ਹੀ ਉਹਦੇ ਕੋਲ ਵੱਧ ਪਸ਼ੂ ਹੋਣਗੇ, ਮਾਲ ਢੋਣ ਲਈ ਉਨੇ ਹੀ ਗੱਡੇ ਵੱਧ ਹੋਣਗੇ, ਬੈਲ ਗੱਡੀਆਂ ਵੱਧ ਹੋਣਗੀਆਂ। ਉੱਥੋਂ ਹੀ ਅੰਦਾਜ਼ਾ ਲੱਗਦਾ ਸੀ ਵੀ ਤਕੜਾ ਵਪਾਰੀ, ਵੀ ਇਹਦੇ ਕੋਲ 50 ਗੱਡੇ ਨੇ। ਜੇ ਅੱਜ ਆਪਾਂ ਕਹਿ ਦਿੰਦੇ ਵੀ ਕਿਸੇ ਕੋਲ ਇੰਨੇ ਟਰੱਕ ਨੇ, ਕਿਸੇ ਮਨੁੱਖ ਕੋਲ ਇੰਨੀ ਟਰਾਂਸਪੋਰਟ ਹੈ। ਪੁਰਾਣੇ ਸਮਿਆਂ ਵਿੱਚ ਜਿੰਨੇ ਵੱਧ ਪਸ਼ੂ, ਕਿਉਂਕਿ ਪਸ਼ੂਆਂ ਨਾਲ ਹੀ ਮਾਲ ਢੋਇਆ ਜਾਂਦਾ ਸੀ, ਬੈਲ ਗੱਡੀਆਂ ਰਾਹੀਂ ਢੋਇਆ ਜਾਂਦਾ ਸੀ, ਤੇ ਉਹਨੂੰ ਕਿਹਾ ਜਾਂਦਾ ਸੀ ਵੀ ਬੜਾ ਤਕੜਾ ਅਮੀਰ ਵਪਾਰੀ ਹੈ, ਵਣਜਾਰਾ ਹੈ। ਵਣਜਾਰੇ ਦਾ ਭਾਵ ਹੈ ਜਿਹੜਾ ਵਣਜ ਕਰਦਾ, ਵਪਾਰ ਕਰਦੇ, ਇੱਕ ਜਗ੍ਹਾ ਦਾ ਮਾਲ ਦੂਜੀ ਜਗ੍ਹਾ ਸੁੱਟਿਆ, ਉੱਥੋਂ ਚੁੱਕ ਕੇ ਦੂਜੀ ਜਗ੍ਹਾ ਸੁੱਟਿਆ, ਉਹ 'ਚੋਂ ਪ੍ਰੋਫਿਟ ਕੱਢਿਆ। ਵਪਾਰ ਦਾ ਇਹੀ ਅਸੂਲ ਹੈ। ਤੇ ਜਿਹੜਾ ਸਭ ਤੋਂ ਅੱਗੇ ਚੱਲਦਾ ਸੀ ਨਾ, ਜਿਹਦੀ ਸੇਧ ਵਿੱਚ ਬਾਕੀ ਸਾਰਿਆਂ ਨੇ ਤੁਰਨਾ ਹੁੰਦਾ ਸੀ, ਉਹਨੂੰ ਨਾਇਕ ਕਿਹਾ ਜਾਂ ਆਗੂ। ਜਿਹੜਾ ਉਸ ਟਾਂਡੇ ਦਾ ਲੀਡਰ ਹੁੰਦਾ ਸੀ, ਲੀਡ ਕਰਦਾ ਸੀ, ਉਹਨੂੰ ਨਾਇਕ ਕਿਹਾ ਜਾਂਦਾ ਸੀ। ਪੁਰਾਣੀਆਂ ਭੱਟਾਂ ਦੀਆਂ ਲਿਖਤਾਂ ਵਿੱਚ ਭਾਈ ਲੱਖੀ ਰਾਏ ਨੂੰ ਨਾਇਕ ਲਿਖਿਆ, ਭਾਈ ਮੱਖਣ ਸ਼ਾਹ ਨੂੰ ਨਾਇਕ ਲਿਖਿਆ, ਕਿਉਂਕਿ ਉਹਨਾਂ ਦੇ ਉਹ ਵੱਡੇ ਵਪਾਰੀ ਸਨ, ਧਨਾਢ ਵਪਾਰੀ, ਤੇ ਉਹਨਾਂ ਦੇ ਟਾਂਡੇ ਜਿਹੜੇ ਸਨ ਉਹਨਾਂ ਨੂੰ ਉਹ ਲੀਡ ਕਰਦੇ ਸਨ, ਲੀਡਰ ਸਨ, ਉਹਨਾਂ ਦੇ ਆਗੂ ਸਨ। ਉਹਨਾਂ ਨੂੰ ਨਾਇਕ ਸ਼ਬਦ ਕਿਹਾ ਜਾਂਦਾ। ਭਗਤ ਜੀ ਨੇ, ਕਿਉਂਕਿ ਭਗਤ ਰਵਿਦਾਸ ਜੀ ਨੇ ਆਪਣਾ ਇੱਕ ਸ਼ਬਦ ਵੀ ਇਸ ਪ੍ਰਥਾਏ ਲਿਖਿਆ, ਕੋ ਬਨਜ਼ਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਇੱਥੇ ਉਹਨਾਂ ਸ਼ਬਦ ਨਾਇਕ ਵਰਤੇ। ਨਾਇਕ ਦਾ ਮਤਲਬ ਹੁੰਦਾ ਰਾਹ ਦੱਸਣ ਵਾਲਾ, ਅਗਵਾਈ ਕਰਨ ਵਾਲਾ, ਲੀਡ ਕਰਨ ਵਾਲਾ, ਆਗੂ। ਆਖਿਆ, ਹੇ ਮੇਰੇ ਮਾਲਕ, ਤੂੰ ਜੋ ਨਾਇਕ ਹੈ, ਸਾਡਾ ਆਗੂ ਹੈ, ਤੇਰੇ ਦੱਸੇ ਹੋਏ ਰਾਹ 'ਤੇ ਹੀ ਮੈਂ ਚੱਲਣ ਵਾਲਾ। ਆਛੋ ਹੈ, ਆਛੋ ਦਾ ਮਤਲਬ ਹੈ, ਤੂੰ ਹੈ। ਅੰਤਰਜਾਮੀ, ਦਿਲ ਦੀ ਜਾਣਨ ਵਾਲਾ। ਮੇਰੇ ਅੰਤਰ ਆਤਮੇ, ਮੇਰੇ ਵਜੂਦ ਨੂੰ ਮੈਂ ਤੇਰੇ ਤੋਂ ਲੁਕੋ ਨਹੀਂ ਸਕਦਾ। ਤੂੰ ਇਹਨੂੰ, ਇਹਦੇ ਬਾਰੇ ਜਾਣਦਾ ਹੈ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਹੇ ਮੇਰੇ ਮਾਲਕ ਵਾਹਿਗੁਰੂ, ਰਹਿਮਤ ਕਰ, ਮੈਂ ਤੇਰਾ ਜਨ ਬਣਾ। ਜਨ ਦਾ ਮਤਲਬ ਹੁੰਦਾ ਤੇਰਾ ਸੇਵਕ। ਸੇਵਕ ਦੇ ਕਿਰਦਾਰ ਤੋਂ ਹੀ ਮਾਲਕ ਦਾ ਪਤਾ ਲੱਗਦਾ। ਦੋਵੇਂ ਚੀਜ਼ਾਂ ਨਾ, ਜ਼ਮੀਨ ਕਿੰਨੀ ਚੰਗੀ ਹੈ, ਫਸਲ ਵਧੀਆ ਖੜੀ ਹੋਵੇ ਤੇ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਵੀ ਜ਼ਮੀਨ ਚੰਗੀ, ਮਿੱਟੀ ਚੰਗੀ ਹੈ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਮਿੱਟੀ ਦਾ, ਉਸ ਜ਼ਮੀਨ ਕਿੰਨੀ ਉਪਜਾਊ ਤੇ ਜ਼ਰਖੇਜ਼ ਹੈ, ਉਹ ਫਸਲ ਨੂੰ, ਲਹਿ ਲਹਾਉਂਦੀ ਫਸਲ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ। ਤੇ ਫਸਲ ਕਿੱਥੇ ਹੋਣੀ ਹੈ? ਮਿੱਟੀ ਵਿੱਚ, ਜ਼ਮੀਨ ਵਿੱਚ। ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਨੇ। ਪ੍ਰਭ ਤੇ ਜਨ ਜਾਨੀਜੈ, ਪ੍ਰਭੂ ਨਾਲ ਜੁੜ ਕੇ ਹੀ ਉਹਦੇ ਜਨ ਦਾ ਵਾਧਾ, ਜਨ ਦਾ ਜੀਵਨ ਪਰਮੇਸ਼ਰ ਦੇ ਗੁਣਾ ਸਦਕਾ ਹੀ ਉੱਚਾ ਹੋਣਾ ਹੈ। ਤੇ ਫਿਰ ਉਸ ਜਨ ਨੂੰ ਵੇਖ ਕੇ ਸੰਸਾਰ ਨੇ ਆਖਣਾ, ਵਾਹ ਬਈ ਵਾਹ, ਇਹ ਜਿਸ ਮਾਲਕ ਅਕਾਲ ਪੁਰਖ ਦਾ ਬੰਦਾ ਹੈ, ਧਨ ਹੈ ਉਹ। ਸਿੱਖ ਕਿਵੇਂ ਬਣਦਾ? ਜਿਹੜਾ ਗੁਰੂ ਨੂੰ ਸਮਰਪਿਤ ਹੁੰਦਾ ਹੈ।
ਸਿੱਖੀ ਜੀਵਨ ਦੀ ਘਾੜਤ ਕਿੱਥੋਂ ਘੜੀ ਜਾਣੀ ਹੈ? ਗੁਰੂ ਨਾਲ ਜੁੜ ਕੇ। ਤੇ ਜਦੋਂ ਜੀਵਨ ਦੀ ਘਾੜਤ ਘੜੀ ਗਈ, ਫਿਰ ਸਿੱਖ ਨੂੰ ਵੇਖ ਕੇ ਲੋਕਾਂ ਨੇ ਗੁਰੂ ਨਾਲ ਜੁੜ ਜਾਣਾ, ਗੁਰੂ ਦੀ ਪਛਾਣ ਹੋ ਜਾਣੀ ਵੀ ਹਾਂ, ਜੇ ਇਹੋ ਜਿਹਾ ਸਿੱਖ ਗੁਰੂ ਪੈਦਾ ਕਰਦਾ ਹੈ ਤੇ ਇਹਦਾ ਮਤਲਬ ਗੁਰੂ ਬਹੁਤ ਮਹਾਨ ਹੀ ਹੋਏਗਾ। ਦੋਵੇਂ ਇੱਕ ਦੂਜੇ ਦੀ ਪਛਾਣ ਬਣਦੀ। ਬਾਣੀ 'ਚ ਇੱਕ ਵਾਕ ਆਉਂਦਾ ਹੈ, ਜਿੱਥੇ ਸਤਿਗੁਰੂ ਨੇ ਕਿਹਾ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਇੱਕ ਸ਼ਬਦ ਸਾਡੇ ਕਲਚਰ 'ਚ ਵਰਤਿਆ ਜਾਂਦਾ ਹੈ, ਔਂਤਰਾ, ਜਿਹਦੀ ਅੱਗੇ ਕੋਈ ਬਾਗ ਪਰਿਵਾਰ ਬੱਚੇ ਨਾ ਹੋਣ। ਇੱਕ ਨੂੰ ਕਿਹਾ ਜਾਂਦਾ ਸੌਂਤਰਾ, ਜਿਹਦੇ ਅੱਗੇ ਬੱਚੇ ਹੋਣ, ਜਿਹਦੀ ਕੁੱਲ ਵੱਧਦੀ ਹੋਵੇ, ਜਿਹਦਾ ਨਾਂ ਲੈ ਕੇ ਆਖੇ ਵੀ ਇਹਦਾ ਫਲਾਨਾ ਬਾਪ ਹੈ, ਫਲਾਨੀ ਮਾਂ ਹੈ, ਫਲਾਨਾ ਦਾਦਾ ਹੈ, ਫਲਾਨਾ ਪੜਦਾਦਾ ਹੈ। ਕਹਿੰਦੇ ਨੇ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹ ਰੱਬ ਦੇ ਬੱਚੇ ਨੇ। ਉਹਨਾਂ ਵੱਲ ਵੇਖ ਕੇ ਰੱਬ ਦੇ ਗੁਣਾਂ ਦੀ ਸਥਾਪਤੀ ਸੰਸਾਰ ਵਿੱਚ ਹੁੰਦੀ ਹੈ। ਇੱਕ ਭਾਵ ਹੈ, ਸੰਤ ਤੁਝੀ ਤਨ ਸੰਗਤ ਪ੍ਰਾਨ। ਤੋ ਆਖਦੇ ਨੇ ਸਰੀਰ ਅਰਾਧਾ ਹੈ ਮੋਕੋ ਵਿਚਾਰ ਦੇਉ। ਸਰੀਰ ਦਾ ਭਾਵ ਹੈ ਮੇਰਾ ਇਹ ਜੀਵਨ, ਮੇਰਾ ਇਹ ਵਜੂਦ, ਮੇਰੇ ਗਿਆਨ ਇੰਦਰੀ, ਮੇਰਾ ਇਹ ਸਭੋ ਕੁਝ, ਮੇਰੀ ਇਹ ਜ਼ਿੰਦਗੀ। ਇਹ ਮੇਰੇ ਮਾਲਕ ਵਾਹਿਗੁਰੂ ਤੇਰੀ ਆਰਾਧਨਾ ਕਰੇ, ਤੇਰੀ ਯਾਦ ਵਿੱਚ ਜੁੜੇ, ਤੇਰੇ ਗੁਣਾਂ ਨਾਲ ਜੁੜੇ। ਸਰੀਰ ਆਰਾਧਾ ਹੈ ਮੋਕੋ ਵਿਚਾਰ ਦਿਓ। ਮੈਨੂੰ ਐਸੀ ਸੋਝੀ, ਐਸੀ ਸਮਰੱਥਾ ਬਖਸ਼ਿਸ਼ ਕਰੋ ਕਿ ਮੈਂ ਤੁਹਾਡੇ ਗੁਣਾਂ ਨਾਲ ਸਦਾ ਵਾਸਤੇ ਜੁੜਿਆ ਰਹਾਂ। ਇਹ ਵਿਚਾਰ, ਇਹ ਸੋਝੀ, ਇਹ ਵਿਵੇਕ ਮੈਨੂੰ ਬਖਸ਼ੋ। ਰਵਿਦਾਸ ਸਮਦਲ ਸਮਝਾਵੇ ਕੋ। ਬਾਬਾ ਰਵਿਦਾਸ ਜੀ ਆਖਦੇ ਨੇ ਸਮਦਲ, ਦਲ ਦਾ ਮਤਲਬ ਹੁੰਦਾ ਸਮਾਨ। ਸਾਰਿਆਂ ਵਿੱਚ ਤੂੰ ਸਮਾਨ ਵਰਤਦਾ ਹੈ। ਜਿਹੜਾ ਵੀ ਕੋਈ ਸਤ ਸੰਗੀ ਤੇਰਾ ਪਿਆਰਾ ਮੈਨੂੰ ਇਹ ਸਮਝਾਵੇ, ਮੈਂ ਉਸ ਨੂੰ ਸਮਰਪਿਤ ਹਾਂ, ਮੈਂ ਉਸ ਦਾ ਆਦਰ ਕਰਦਾ। ਜਿਹੜਾ ਵੀ ਮੈਨੂੰ ਇਹ ਗੱਲ ਕਹਿੰਦਾ ਨਾ ਵੀ ਰੱਬ ਪਰਮੇਸ਼ਰ ਸਾਰਿਆਂ 'ਚ ਵੱਸਦਾ ਹੈ, ਬਿਨਾਂ ਭੇਦ ਭਾਵ ਤੋਂ ਹੈ, ਨਫ਼ਰਤ ਨਹੀਂ ਕਰਨੀ ਸੰਸਾਰ ਦੇ ਕਿਸੇ ਮਨੁੱਖ ਨਾਲ, ਕਹਿੰਦੇ ਉਹ ਮੈਨੂੰ ਬੜਾ ਅਜ਼ੀਜ਼, ਬੜਾ ਪਿਆਰਾ, ਬੜਾ ਚੰਗਾ ਲੱਗਦਾ ਹੈ, ਕਿਉਂਕਿ ਉਹਨੇ ਤੈਨੂੰ ਪਛਾਣ ਲਿਆ, ਉਹਨੇ ਸਮਝ ਲਿਆ ਵੀ ਤੇਰਾ ਤੇ ਤੇਰੀ ਕੁਦਰਤ ਦਾ, ਤੇਰੇ ਜੀਵਾਂ ਦਾ ਆਪਸ ਵਿੱਚ ਕੋਈ ਭੇਦ ਨਹੀਂ। ਤੂੰ ਹੀ ਸਭਨਾਂ ਦਾ ਰਚਨਹਾਰ ਹੈ ਤੇ ਸਭਨਾਂ ਵਿੱਚ ਵਿਆਪਕ ਇੱਕ ਸੁਰ ਹੋ ਕੇ ਬੈਠਾ। ਗੁਰੂ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਇਹ ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।